ਇਹੀ ਜਗਤ ਚਲਿਆ ਜਾਂਦਾ ਸੀ। ਇਹਨਾਂ ਨੇਤਰਾਂ ਨਾਲ ਦੇਖਦੇ ਹਾਂ ਭਗਤ ਕਬੀਰ ਜੀ ਕਹਿਣ ਲੱਗੇ। ਪਦਾਰਥਾਂ ਦੀ ਤੋਂ ਕਿਆ ਕਹਿਣੀ ਹੈ, ਭਗਤ ਜੀ ਨੇ ਫਿਰ ਇਹ ਵੀ ਬਚਨ ਕਹੇ, ਇਹਨਾਂ ਪਦਾਰਥਾਂ ਦੀ ਕੀ ਕਹਿਣੀ ਹੈ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਤ ਨਹੀਂ ਕਛ ਤੇਰਾ। ਇਹ ਭਾਈ ਲੱਜਾ ਕਰਕੇ ਨਹੀਂ ਮਰਦਾ, ਕਹਿੰਦਾ ਹੈ ਮੇਰਾ ਘਰ ਹੈ। ਕੋਈ ਲੱਜਾ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ, ਕਹਿੰਦਾ ਮੇਰਾ ਘਰ ਹੈ, ਮੇਰ ਕਰਦਾ ਹੈ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਤ ਨਹੀਂ ਕਛ ਤੇਰਾ। ਅੰਤ ਕੀ ਬਾਤ ਤੇਰਾ ਕੁਝ ਨਹੀਂ। ਜਿਵੇਂ ਫਕੀਰ ਨੇ ਸੱਦ ਲਾਈ ਰਾਜੇ ਦੇ, ਕਹਿਣ ਲੱਗਾ ਇਸ ਮੁਸਾਫਰ ਖਾਨੇ ਵਿੱਚ ਮੈਂ ਰਾਤ ਗੁਜ਼ਾਰਨੀ ਹੈ। ਅਹਿਲਕਾਰੀ ਆਏ, ਬੜਾ ਸਮਝਾਇਆ, ਫਿਰ ਰਾਜੇ ਨੂੰ ਪ੍ਰਤੀਤ ਹੋਇਆ ਰਾਜਾ ਆਇਆ। ਰਾਜੇ ਨੇ ਹੱਥ ਜੋੜੇ, ਨਮਸਕਾਰ ਕੀਤੀ, ਮਹਾਤਮਾ ਜੀ ਇਹ ਮੇਰਾ ਰਾਜ ਮਹੱਲ ਹੈ, ਮੇਰਾ ਘਰ ਹੈ। ਮੇਰੇ ਰਾਜ ਵਿੱਚ ਬੜੇ ਮੁਸਾਫਰਖਾਨੇ ਬਣੇ ਨੇ, ਤੈਨੂੰ ਅਹਿਲਕਾਰ ਲੈ ਜਾਂਦੇ ਨੇ, ਉੱਥੇ ਰਾਤ ਗੁਜ਼ਾਰ ਲੈ। ਫਕੀਰ ਕਹਿਣ ਲੱਗਾ ਰਾਜਨ ਤੇਰਾ ਪਿਤਾ ਵੀ ਕਹਿੰਦਾ ਸੀ ਮੇਰਾ ਰਾਜ ਭਾਗ, ਮੇਰਾ ਘਰ ਤੇਰਾ ਬਾਬਾ ਵੀ ਕਹਿੰਦਾ ਸੀ, ਉਹ ਵੀ ਚਲੇ ਗਏ, ਜਾਣਾ ਤੂੰ ਵੀ ਹੈ। ਜਿਸ ਘਰ ਵਿੱਚ ਆਉਣਾ ਤੇ ਜਾਣਾ ਹੋਵੇ ਉਹ ਆਪਣਾ ਘਰ ਨਹੀਂ ਹੁੰਦਾ। ਇਹ ਮੁਸਾਫਰ ਖਾਨਾ ਹੈ। ਜਦੋਂ ਰਾਜੇ ਨੂੰ ਇਹ ਬਚਨ ਕਹੇ, ਰਾਜਾ ਚਰਨਾਂ 'ਤੇ ਟਹਿ ਪਿਆ। ਮਹੱਲਾਂ ਵਿੱਚ ਲੈ ਕੇ ਗਿਆ, ਸੇਵਾ ਟਹਿਲ ਕੀਤੀ, ਬਖਸ਼ਿਸ਼ਾਂ ਲਈਆਂ, ਕਿਉਂਕਿ ਰੱਬ ਦੇ ਜਨਾਂ ਦੀਆਂ ਬਖਸ਼ਿਸ਼ਾਂ ਤੇ ਕੈਸੀਆਂ ਬਖਸ਼ਿਸ਼ਾਂ, ਇਹ ਜਨਮ ਸਫਲ ਹੋ ਜਾਂਦਾ ਹੈ। ਜੋ ਭਗਤ ਕਬੀਰ ਜੀ ਮਹਾਰਾਜ ਕਹਿਣ ਲੱਗੇ ਦੋਨੋਂ ਭਾਈਆਂ ਨੂੰ ਜੋ ਲੜ ਰਹੇ ਸੀ, ਜਾਇਦਾਦ ਬਦਲੇ ਧਨ, ਬਦਲੇ ਮਹੱਲਾਂ ਬਦਲੇ, ਕਿਉਂਕਿ ਪਿਤਾ ਮ੍ਰਿਤੂ ਹੋ ਗਿਆ। ਭਗਤ ਜੀ ਕਹਿਣ ਲੱਗੇ ਪਿਆਰਿਓ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਤ ਨਹੀਂ ਕਛ ਤੇਰਾ। ਲੱਜਾ ਕਰਕੇ ਨਹੀਂ ਮਰਦਾ, ਕਹਿੰਦਾ ਮੇਰਾ ਘਰ ਹੈ, ਅੰਤ ਦੀ ਬਾਤ ਤੇਰਾ ਕੁਝ ਵੀ ਨਹੀਂ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਵਾਰ ਅਗਨ ਸੰਗ ਜਾਲੀ। ਅਨੇਕ ਯਤਨ ਕਰਕੇ ਜੋ ਦੇਹ ਨੂੰ ਪਾਲਦੇ, ਬੜੇ ਯਤਨ ਮਨੁੱਖ ਦਿਨ ਰਾਤ ਕਰਦਾ ਸੁੰਦਰ ਤਨ ਨੂੰ ਪਾਲਣ ਦੇ, ਸੰਭਾਲਣ ਦੇ, ਕਿ ਇੰਝ ਨਾ ਹੋ ਜਾਵੇ, ਇੰਝ ਨਾ ਹੋ ਜਾਵੇ। ਸੋ ਮਰਨੇ ਦੇ ਸਮੇਂ ਇਹ ਸੁੰਦਰ ਤਨ ਆਪਣਾ ਕਿੱਥੇ ਜਾਵੇਗਾ। ਜਿਸ ਤਨ ਦੀ ਬੜੀ ਚਿੰਤਾ ਸੀ, ਇੰਝ ਨਾ ਹੋ ਜਾਵੇ, ਇੰਝ ਨਾ ਹੋ ਜਾਵੇ, ਉਹ ਸੁੰਦਰ ਤਨ ਜਦੋਂ ਮ੍ਰਿਤੂ ਹੋ ਜਾਂਦਾ ਹੈ, ਅਗਨੀ ਦੇ ਸਾਥ ਜਲਾਇਆ ਜਾਂਦਾ ਹੈ। ਉਹ ਕੈਸਾ ਤਨ, ਜਿਸ ਤਨ ਦੀ ਬੜੀ ਚਿੰਤਾ ਸੀ, ਉਹ ਤਨ ਅਗਨੀ ਨਾਲ ਜਲਾਇਆ ਗਿਆ, ਭਸਮ ਰੂਪ ਹੋ ਗਿਆ। ਅੰਤ ਕੀ ਬਾਤ ਨਹੀਂ ਕਛ ਤੇਰਾ। ਮਰਤੀ ਵਾਰ ਅਗਨ ਸੰਗ ਜਾਲੀ, ਇਹ ਤਨ ਸੁੰਦਰ ਦੇਹੀ ਅਗਨੀ ਨਾਲ ਜਾਲੀ ਗਈ, ਰਾਖ ਬਣ ਗਈ। ਜੋ ਪਾਤਸ਼ਾਹ ਦੇ ਬਚਨ ਨੇ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਪਿਆਰਿਆ ਇਹ ਤਨ ਨੇ ਤਾਂ ਭਸਮ ਦੀ ਢੇਰੀ ਹੋ ਜਾਣਾ ਹੈ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕਹਿ ਸੰਗਾ। ਜੇ ਸਰੀਰ ਦੇ ਅੰਗਾਂ ਨੂੰ ਚੋਆ ਚੰਦਨ ਮਲਦਾ ਹੈ, ਬੜੇ ਅਤਰ ਲਾਉਂਦਾ ਹੈ, ਕਿ ਮੇਰਾ ਤਨ ਸੁੰਦਰ ਰਵੇ, ਮੁਰਝਾ ਨਾ ਜਾਵੇ। ਸੋ ਤਨ ਅੰਤ ਨੂੰ ਕਾਠ ਦੇ ਸਾਥ ਜਲਦਾ ਹੈ, ਲੱਕੜਾਂ ਨਾਲ ਜਲਾਇਆ ਜਾਂਦਾ ਹੈ। ਅਣਗਿਣਤ ਲੱਕੜਾਂ ਰੱਖੀਆਂ ਜਾਂਦੀਆਂ ਨੇ, ਕੋਈ ਮਿਣਤੀ ਗਿਣਤੀ ਨਹੀਂ ਹੁੰਦੀ। ਕਹੋ ਕਬੀਰ ਸੁਨੋ ਰੇ ਗੁਨੀਆ,
ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ। ਭਗਤ ਕਬੀਰ ਜੀ ਕਹਿਣ ਲੱਗੇ, ਪਿਆਰਿਓ ਕਹੋ ਕਬੀਰ ਸੁਨੋ ਰੇ ਗੁਨੀਆ, ਹੇ ਗੁਣਵਾਨੋ ਸੁਣ ਲਵੋ। ਸੇਠੀ ਮਾਤਰ ਵਿੱਚ ਜੋ ਤੁਸੀਂ ਨਾਮ ਰੂਪ ਦੇਖ ਰਹੇ ਹੋ, ਸੋ ਸਭ ਬਿੰਸ ਜਾਵੇਗਾ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜੋ ਦੇਖਦੇ ਤੱਕਦੇ ਹੈ ਨਾਸ ਹੋ ਜਾਵੇਗਾ। ਮਤ ਗਰਭ ਹੰਕਾਰ ਕਰੀਏ ਤਨ ਦਾ ਪਦਾਰਥਾਂ ਦਾ। ਕਹੋ ਕਬੀਰ ਸੁਨੋ ਰੇ ਗੁਨੀਆ, ਬਿਨ ਸਹਿ ਗੋ ਰੂਪ ਦੇਖੈ ਸਭ ਦੁਨੀਆ। ਜਗਤ ਦੇਖੇਗਾ ਕਿ ਅਮਕਾ ਮ੍ਰਿਤੂ ਹੋਇਆ ਨਾਸ ਹੋ ਗਿਆ। ਜਗਤ ਦੇਖਦਾ ਹੈ, ਪਤਾ ਹੈ ਕਿ ਵਾਰੀ ਮੇਰੀ ਵੀ ਆਉਣੀ ਹੈ। ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ, ਕੋਈ ਧੀਰਜ ਨਹੀਂ ਬਣ ਸਕਦਾ। ਗੌੜੀ ਕਬੀਰ ਜੀ ਅਬਦ ਮੂਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪ ਨਾ ਜੀਜੈ। ਭਗਤ ਕਬੀਰ ਜੀ ਮਹਾਰਾਜ ਜੀ ਦੇ ਕੁਟੁੰਬ ਦੇ ਵਿੱਚ ਇੱਕ ਆਦਮੀ ਮ੍ਰਿਤੂ ਹੋਇਆ। ਸੰਬੰਧੀਆਂ ਨੇ ਕਿਹਾ, ਤੁਸਾਂ ਨੇ ਸੋਗ ਕਿਉਂ ਨਹੀਂ ਕੀਤਾ? ਕਿਉਂਕਿ ਸੰਬੰਧੀ ਕਹਿੰਦੇ ਨੇ ਕਿ ਅਮਕਾ ਪੁਰਸ਼ ਮ੍ਰਿਤੂ ਹੋਇਆ, ਤੁਸੀਂ ਸੋਗ ਕਿਉਂ ਨਹੀਂ ਕੀਤਾ? ਆਪਣਾ ਸੰਬੰਧੀ ਸੀ ਭਗਤ ਕਬੀਰ ਜੀ ਨੂੰ ਕਹਿਣ ਲੱਗੇ, ਕਿਆ ਤੁਸੀਂ ਨਹੀਂ ਮਰੋਗੇ? ਜਿਵੇਂ ਜਗਤ ਦੇ ਲੋਕ ਕਹਿੰਦੇ ਨੇ ਕਿ ਤੂੰ ਨਹੀਂ ਸੰਸਾਰ ਤੋਂ ਜਾਣਾ, ਤੂੰ ਸੋਗ ਨਹੀਂ ਕੀਤਾ। ਭਗਤ ਕਬੀਰ ਜੀ ਨੂੰ ਵੀ ਇੰਝ ਹੀ ਆਖਿਆ, ਕਿਉਂਕਿ ਜੋ ਸੰਬੰਧੀ ਨੇ ਉਹਨਾਂ ਦੀ ਭਾਵਨਾ ਨਹੀਂ ਹੁੰਦੀ ਕਿ ਸਾਡਾ ਹੀ ਸੰਬੰਧੀ ਹੈ। ਨੇੜ ਦਾ ਭੁੱਖਾ ਰਹਿ ਜਾਂਦਾ ਹੈ, ਦੂਰ ਦਾ ਰੱਜ ਜਾਂਦਾ ਹੈ। ਨੇੜ ਦਾ ਬਖਸ਼ਿਸ਼ਾਂ ਨਹੀਂ ਲੈ ਸਕਦਾ, ਉਹ ਦੂਰੋਂ ਆ ਕੇ ਬਖਸ਼ਿਸ਼ਾਂ ਲੈ ਜਾਂਦਾ ਹੈ। ਕਾਰਨ ਉਸਦੀ ਭਾਵਨਾ ਸ਼ਰਧਾ ਹੈ, ਕਿਉਂਕਿ ਉਹ ਮਾਲਕ ਪ੍ਰੇਮਾ ਭਗਤੀ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ, ਅਬਦ ਮੂਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪ ਨਾ ਜੀਜੈ। ਉਹਦੇ ਮਰਨੇ ਸੇ ਕਿਆ ਸੋਗ ਕਰਨਾ ਹੈ? ਸੋਗ ਤਾਂ ਕਰੀਏ ਜੇਕਰ ਆਪ ਜੀਵਦੇ ਨਾ ਰਹਿਣਾ ਹੋਵੇ, ਕਿਉਂਕਿ ਆਪ ਵੀ ਮਰਨਾ ਹੈ। ਅਸਾਂ ਨੇ ਤੋਂ ਮਰਨਾ ਨਹੀਂ, ਸਾਡਾ ਸੋਗ ਕੋਈ ਨਾ ਕਰਿਓ। ਭਗਤ ਜੀ ਨੇ ਐਲਾਨਿਆ ਕਹਿ ਦਿੱਤਾ, ਅਬਦ ਮੂਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪ ਨਾ ਜੀਜੈ। ਉਹਦੇ ਮਰਨੇ ਸੇ ਕਿਆ ਸੋਗ ਕਰਨਾ? ਸੋਗ ਤਾਂ ਕਰੀਏ ਜੇਕਰ ਆਪ ਜੀਵਤੇ ਨਾ ਰਹਿਣਾ ਹੋਵੇ। ਅਸਾਂ ਨੇ ਤੋਂ ਮਰਨਾ ਹੀ ਨਹੀਂ। ਭਗਤ ਜੀ ਕਹਿਣ ਲੱਗੇ, ਸਾਡਾ ਸੋਗ ਨਾ ਕੋਈ ਕਰਿਓ। ਮੈਂ ਨਾ ਮਰੋ ਮਰਬੂ ਸੰਸਾਰਾ, ਅਬ ਮੋਹਿ ਮਿਲਿਓ ਹੈ ਜੀ ਆਵਨ ਹਾਰਾ। ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ, ਪਿਆਰਿਓ ਮੈਂ ਨਹੀਂ ਮਰਦਾ, ਸੰਸਾਰ ਮਰੇਗੋ। ਕਿਉਂਕਿ ਮੈਨੂੰ ਅਬ ਜੀਵਨ ਹਾਰਾ ਮੇਰਾ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ। ਜੋ ਜਗਤ ਦਾ ਸਿਰਜਣਹਾਰ ਦਾਤਾਰ ਮੈਨੂੰ ਮਿਲਿਆ ਹੈ, ਮੈਂ ਨਹੀਂ ਮਰਦਾ। ਮੈਂ ਨਾ ਮਰੋ ਮਰ ਬਹੁ ਸੰਸਾਰਾ, ਅਬ ਮੋਹਿ ਮਿਲਿਓ ਹੈ ਜੀਵਨ ਹਾਰਾ। ਕਿਉਂਕਿ ਜਿਸ ਨੂੰ ਅਵਨਾਸੀ ਪਰਮੇਸ਼ਰ ਮਿਲ ਗਿਆ, ਪ੍ਰਾਪਤੀ ਹੋਈ, ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ। ਭਗਤ ਜੀ ਕਹਿਣ ਲੱਗੇ,
ਮੈਨੂੰ ਤਾਂ ਜੀਆਵਣ ਹਾਰਾ ਪ੍ਰਭੂ ਮਿਲ ਗਿਆ, ਮੈਂ ਨਹੀਂ ਮਰਦਾ ਸੰਸਾਰ ਮਰੇਗਾ। ਇਆ ਦੇਹੀ ਪਰਮਲ ਮਹਿ ਕੰਦਾ, ਤਾਂ ਸੁਖ ਵਿਸਰੇ ਪਰਮਾਨੰਦਾ। ਇਹ ਸਰੀਰ ਪਰ ਜੀਵ ਚੰਦਨ ਲਾਉਂਦਾ ਹੈ, ਸਾਰੀਆਂ ਸੁਗੰਧੀਆਂ ਲਾ ਕੇ ਸਰੀਰ ਨੂੰ ਸੰਗਠਿਤ ਕਰਦਾ ਹੈ ਕਿ ਇਸ ਤਨ ਵਿੱਚੋਂ ਸੁਗੰਧੀਆਂ ਆਵਣ। ਬੜੀਆਂ ਸੁਗੰਧੀਆਂ ਲਾਉਂਦਾ, ਇਸ ਕਰਕੇ ਸੁਗੰਧਿਤ ਪੰਜੋਂ ਵਿਸ਼ਿਆਂ ਦੇ ਸੁੱਖ ਵਿੱਚ ਲੱਗਣ ਕਰਕੇ ਪਰਮਾਨੰਦ ਸਰੂਪ ਪਰਮੇਸ਼ਰ ਵਿਸਰ ਗਏ। ਪਾਤਸ਼ਾਹ ਫਰਮਾਉਂਦੇ ਨਹੀਂ ਭਗਤ ਕਬੀਰ ਜੀ ਮਹਾਰਾਜ, ਇਆ ਦੇਹੀ ਪਰਮਲ ਮਹਿ ਕੰਦਾ, ਤਾਂ ਸੁਖ ਵਿਸਰੀ ਪਰਮਾਨੰਦਾ। ਕਿਉਂਕਿ ਸੁਗੰਧੀਆਂ ਲਾ ਲੀਆਂ ਤਨ ਤੇ, ਔਰ ਪੰਜ ਵਿਸ਼ਿਆਂ ਦੇ ਸੁੱਖ ਵਿੱਚ ਲੱਗਿਆ ਪਰਮਾਨੰਦ ਸਰੂਪ ਪਰਮੇਸ਼ਰ ਫਿਰ ਵਿਸਰ ਜਾਂਦਾ ਹੈ। ਫਿਰ ਪਰਮਾਤਮਾ ਯਾਦ ਨਹੀਂ ਰਹਿੰਦਾ। ਵਿਖੇ ਜਲ ਨੂੰ ਅਨਿਤ ਦਿਖਾਉਂਦੇ ਹੋਏ ਭਗਤ ਜੀ ਪਾਵਨ ਬਚਨ ਕਹਿੰਦੇ ਨੇ, ਕੂਅਟਾ ਏਕ ਪੰਜ ਪਨਹਾਰੀ, ਟੂਟੀ ਲਾਜ ਭਰੈ ਮਤ ਹਾਰੀ। ਸੰਸਾਰ ਰੂਪੀ ਇੱਕ ਕੂਪ ਹੈ, ਇਹ ਸੰਸਾਰ ਰੂਪੀ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਤੇ ਇਸ ਵਿੱਚ ਜਲ ਹੈ। ਐਸਾ ਜਲ ਜੋ ਪੰਜ ਗਿਆਨ ਇੰਦਰੀਆਂ, ਸੋ ਪੰਜ ਚਰਖੜੀਆਂ ਨੇ ਪਨਹਾਰੀ, ਜਿਨ੍ਹਾਂ ਦੁਆਰੇ ਜਲ ਖਿੱਚਦੇ ਹਾਂ। ਜਬ ਅਵਿਦਿਆ ਰੂਪੀ ਲੱਜ ਟੁੱਟ ਗਈ, ਤਾਂ ਵਿਖੇ ਪ੍ਰਾਣੀ ਬੁੱਧੀ ਹਰ ਗਈ। ਵਿਸ਼ੇ ਵਾਸਨਾ ਨਾ ਰਖੀ, ਜੋ ਬੁੱਧੀ ਸੀ ਸੋ ਹਾਰ ਗਈ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾਉ ਕੂਅਟਾ ਨਾ ਪਨਹਾਰੀ। ਭਗਤ ਜੀ ਫਰਮਾਉਂਦੇ ਨੇ, ਪਿਆਰਿਓ, ਜਬ ਬੁੱਧੀ ਵਿੱਚ ਏਕਤਾ ਵਿਚਾਰੀ, ਤਬ ਨਾ ਹੋ ਸੰਸਾਰ ਕੂਆ ਸਤ ਹੈ, ਨਾ ਪਨਹਾਰੀ ਸਤ ਹੈ। ਜਦੋਂ ਵਿਚਾਰ ਕੀਤਾ, ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਪਰਮੇਸ਼ਰ ਤੋਂ ਬੇਮੁਖ ਜੀਵਾਂ ਨੂੰ 84 ਦੀ ਗਤੀ ਦਿਖਾਉਂਦੇ ਹੋਏ ਭਗਤ ਕਬੀਰ ਜੀ ਮਹਾਰਾਜ ਪਰਿਪੂਰਨ ਪਰਮਾਤਮਾ ਦੇ ਸਨਮੁਖ ਬੇਨਤੀ ਬਖਸ਼ਦੇ ਨੇ, ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਜੋ ਸਥਿਤ ਰਹਿਣ ਵਾਲੇ ਪਰਬਤ ਬਿਰਛ ਨੇ, ਜੰਗਮ ਜੋ ਪੈਦਾ ਕਰਕੇ ਚੱਲਣ ਵਾਲੇ ਨੇ, ਕੀਟ ਪਤੰਗ ਜੋ ਤੋਂ ਸਜੀਵ ਉੱਡਣ ਵਾਲੇ ਨੇ, ਐਸੇ ਹੀ ਬਹੁਤ ਰੰਗਾਂ ਨੇ, ਅਨੇਕ ਹੀ ਜਨਮ ਧਾਰੇ ਨੇ। ਭਾਵ ਕਿ ਚਾਰੋਂ ਖਾਣੀਆਂ ਵਿੱਚ ਉਤਪੰਨ ਹੋਏ ਨੇ, ਅੰਡਜ ਜੇਰਜ ਉਤਪਜ ਸੇਤਜ, ਤੇਰੇ ਕੀਤੇ ਜਨਤਾ। ਚਾਰ ਖਾਣੀਆਂ ਦੇ ਜੀਵ ਨੇ ਜੋ ਪ੍ਰਭੂ ਨੇ ਸਾਜੇ ਨੇ। ਬੇਨਤੀ ਕੀਤੀ, ਐਸੇ ਨਖਿੱਧ ਜਨਮ ਹੀ ਧਾਰੇ, ਕੋਈ ਉੱਤਮ ਵੀ ਧਾਰਿਆ। ਇਹ ਤਾਂ ਨਖਿੱਧ ਬੜੇ ਜਨਮ ਹੋ ਗਏ, ਕੋਈ ਉੱਤਮ ਵੀ ਜਨਮ ਧਾਰਿਆ ਹੈ। ਭਗਤ ਕਬੀਰ ਜੀ ਨੂੰ ਇਹ ਸਵਾਲ ਹੋਇਆ। ਭਗਤ ਜੀ ਕਹਿਣ ਲੱਗੇ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਆਓ ਭਗਤ ਕਬੀਰ ਜੀ ਮਹਾਰਾਜ ਜੀ ਕਹਿਣ ਲੱਗੇ, ਇਹ ਰਾਮ ਕੇ ਪ੍ਰਭੂ ਜਬ ਅਖੰਕਾਰ ਸੰਯੁਗਤ ਹੋਏ, ਗਰਭ ਵਿੱਚ ਪ੍ਰਾਪਤ ਹੋ ਆਏ, ਤਬ ਅਸਾਂ ਐਸੇ ਘਰ ਅਸਾਂ ਨੇ ਬਹੁਤ ਵਸਾਏ। ਐਸੇ ਕੈਸੇ? ਭਗਤ ਜੀ ਫਰਮਾਉਂਦੇ ਨੇ, ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਭਿਖਾਰੀ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਬਹੂ ਰਾਜਾ ਛਤਰਪਤ ਕਬਹੂ ਭਿਖਾਰੀ। ਜੋਗੀ ਬਣੇ, ਜਤੀ ਤਪੀ ਬ੍ਰਹਮਚਾਰੀ ਵੀ ਹੋਏ ਐਸੇ ਜਨਮ।
कभी चक्रवर्ती राजा भी बने खां। भगत जी कहन लगे चक्रवर्ती राजे भी बने खां, कभी भिखिया मंगण वाले भी होए खां। क्योंकि एक जन्म का अपना संबंध नहीं, एक जन्म का संबंध नहीं। गुरु नानक दे घर आए खां, जुड़े खां, एक कई जन्मां दा मेल है। परिवार विच मनुख दा जन्म हुंदा है। सतगुरां दे पावन बचन भी ने, ये पूर्व जन्मां दे संयोग नाल मेल हुंदा है। संबंधियां दा लैणे ते देण दा संबंध हुंदा है। कोई किसे नाल मिलदे खां वालता विचरदे खां, सब कुछ पूर्व जन्मां दे अनुसार विचरदे खां, मिलदे खां। लेखे विच ओह लिखिया सतगुरां दे पावन बचन ने, मात पिता बनता सुत बंधप इष्ट मीत और भाई, पूर्व जन्म के मिले संजोगी अंते को ना सहाय। मेल तां हो गए, अंत वेले किसी ने सहाय नहीं होना। संयोग सी मेल होवेगा। भगत कबीर जी महाराज ये बचन कहते ने, जोगी जति तपी ब्रह्मचारी, कबहू राजा छत्रपत कबहू भिखारी। असी जोगी भी बने, जति तपी ब्रह्मचारी भी होए, कदे चक्रवर्ती राजा भी बने, दे भिखिया मंगण वाले भिखारी भी बने। साकत मरे संत सब जीवे, राम रसायन रसना पीवे। परंतु हे मेरे वाहिगुरु, जो तेरे तो बेमुख साकत ने, वो मरदे ने साकत। संत सब जिउंदे ने, वो नहीं मरदे। जे कहे कि संत किस करके जिउंदे ने, की कारण? भगत जी कहते ने, हे राम, तेरी जो नाम रसां दा घर अमृत है, तेरा नाम सो रसना करके पींदे ने, वो जिउंदे ने। कहो कबीर प्रभ कृपा कीजै, हार परे अब पूरा दीजै। हे मेरे परवरदिगार, मेरे ते दया कर, कृपा कर, दया करो, किश मेहरी उपावो। डुबदे पत्थर तारे, तू डुबदियां पत्थरां नूं तारिया है। तू दया दा समुंदर प्रभु, दया कर। 84 विच भरमदियां होए, खाद के तेरी शरण विच आए खां। हो आया दूरों चल के, मैं तकी तो सरनाए जियो। मैं आशा रखी चित में, मेरा सबो दुख गवाए जियो। दूर दा पैंडा है, कई जन्मां तो गुजर के, मेरे सतगुरु गरीब नवाज तेरी शरण विच आया खां। खाद के आया खां, क्योंकि तू कैसा मालिक है, तेरा बिरद है। जो शरण आवे तिस कंठ लावे, एहो बिरद सुआमी संदा। जो भी तेरी शरण विच आ जावे, तू कंठ नाल लाउंदा है, क्योंकि तू गरीब नवाज है। क्योंकि तेरे दर ओ परवान हुंदा है जो निम के आवे। हंकार विच कोई आया वो परवान नहीं हुंदा, क्योंकि तेरा दर ऐसा है। तू नवाणिया नूं माण, नताणिया नूं ताण बख्शदा है। तू गरीब नवाज मालिक है। गरीब नवाज गुसैया मेरा, माथा छतर तरै। तू बड़ा मालिक है। तू आप पूरा जो मोख पद आप बख्श दे। खाद परे अब पूरा दीजै प्रभु, खाद के आए खां, अब बख्शिश कर मलाल। गौड़ी कबीर जी की नाल रलाए, लिखिया महला पंजोवा। ऐसो अचरज देखियो कबीर,
दद कै भूलै विरोलै नीरो। जब भगत कबीर जी जगत गुरु पंजवें गुरु नानक गुरुदेव श्री गुरु अर्जन देव महाराज जी के दर्शनां नूं आए तो पातशाह गुरुदेव ने ये शब्द ਸਰੋਪਾਉ पाओ बख्शिया। शब्द गुरु जी का है, नाम भगत कबीर जी का कर दिता। ऐसो अचरज देखियो कबीर, दद कै भोलै बरोलै नीर। संसार विच ऐसा अचरज देखिया कि दही दे भुलावे जल नूं रड़क रहे, क्योंकि मनुख अज्ञान अविद्या दे विच रचिया होया ये जानदा ही नहीं। हंकार गर्भ विच जो अटिया होया उत्थे नाम नहीं वसदा, उत्थे वाहे गुरु की बख्शिश नहीं वसदी। दही दे भुलावे जल रड़क रहे, दद कै भोलै विरोलै नीर। क्योंकि अज्ञान अविद्या दे विच रचे हुए ने भाव यही निष्काम कर्मां दे भुलावे सुकाम कर रखे, ते इन्हां दा अंतशकरण शुद्ध नहीं हुंदा। खरी अंगूरी गदहा चरै, नित उठ हासै ही गै मरै। सतगुरु फरमाउंदे ने विषयां रूपी हरी अंगूरी नूं, जो विषय विकार जो मनुख नूं नरक विच लै जांदे ने, मन रूपी गदा चरदा है। मन गदगद अति प्रसन्न हो के खांदा है। जिवें जगत दा मनुख ये रस भोग भोगदा बड़ा प्रसन्न हुंदा कि बड़े रस माणे भोगे भोगदा, ये तां प्रति उठ के प्रसन्न भी हुंदा है। हंकार करके जन्मदा ते मरदा है। माता पैसा अमोहा जाए, कुद कुद चरै रसातल पाए। मन कैसा है मस्त पैसा, जिवें पैसा मस्त हो जाता अमोड़ ही जाता। ऐसे मनुखों की जगत विच बहु गिणती है कि वेद शास्त्र और गुरु की आग्या रूपी बाद चीर के विखे खेती नूं खांदे नहीं। कुद कुद करके प्रसन्न होके चलते खांदे ने। माता पैसा अमोहा जाए, कुद कुद चरै रसातल पाए। फिर पातशाह की फरमाउंदे ने भाई, अंत नूं नीचे नरकां विच जा पैंदे ने। शुभ कर्मां दी छाल ला के स्वर्ग विच चढ़ जांदा है, प्राप्त हो जाता। पुन भोग के नीचे सुटिया जाता है, क्योंकि सदीवी मनुख स्वर्ग विच नहीं रह सकता। जद तक पुन ने वो गिणती मिणती थी, उदों तक इस स्वर्ग चो बाहर सुटिया जाता है। कहो कबीर प्रगट भई खेड़, ले ले को चुगै, ले ले को चुगै नित भेड़। ये खेड़ संत जना नूं प्रगट हो गई, रब दे जना प्यारियां। ले ले जो भेड़ दे बच्चे बुद्धि जन पदार्थ ने, ते इन्हां नूं बुद्धि भोगदी। माया भेड़ जीव रूप लेले नूं चुग रही है, अपनी वस करके जीव दे गुणां नूं खिंच रही है माया। बेनती कीती, ये समझ कित्थों प्राप्त हुई है। सतगुरु फरमाउंदे ने, राम रमत मत प्रगटी आई, कहो कबीर गुर सोझी पाई। राम दे जपिया परमेश्वर की बंदगी करिया, उसकी याद विच जुड़िया मत प्रगट हो गई। राम जपने की सोझी ये समर्थ गुरु तो पाई है। गौड़ी कबीर जी पंच पद, ज्यों जल छोड़ बाहर भयो मीना। पूर्व जन्म हो तप काहीना। पंज पंज
ਪਦਾਂ ਦੇ ਦੋ ਸ਼ਬਦ ਕਹਿਣਗੇ। ਕਾਲ ਵਿੱਚ ਭਗਤ ਕਬੀਰ ਜੀ ਮਗਹਾ ਧਰਤੀ ਵਿੱਚ ਜਾ ਰਹੇ, ਜਿੱਥੇ ਮਰ ਕੇ ਜੀਵ ਦੁਰਗਤੀ ਨੂੰ ਪ੍ਰਾਪਤ ਹੁੰਦੇ ਨੇ। ਭਗਤ ਕਬੀਰ ਜੀ ਦਾ ਨਿਹਚਾ ਦੇਖਣ ਵਾਸਤੇ ਵਿਸ਼ਨੂੰ ਭਗਵਾਨ ਚਤੁਰਭੁਜ ਆ ਕੇ ਕਹਿਣ ਲੱਗੇ ਭਗਤ ਕਬੀਰ ਜੀ, ਕਿਉਂਕਿ ਤਰਲੋਕੀ ਦਾ ਮਾਲਕ ਫਿਰ ਆਉਂਦਾ, ਕਿਉਂਕਿ ਚੋਜੀ ਪ੍ਰੀਤਮ ਆਪਣੇ ਭਗਤਾਂ ਨਾਲ ਚੋਜ ਵੀ ਕਰਦਾ। ਜੋ ਮਗਹਾ ਧਰਤੀ ਤੇ ਜਾ ਰਹੇ, ਜਿੱਥੇ ਮਰ ਕੇ ਜੀਵ ਦੁਰਗਤੀ ਨੂੰ ਪ੍ਰਾਪਤ ਹੁੰਦੇ ਨੇ, ਸਰਾਪ ਹੋਇਆ ਹੈ ਉਸ ਧਰਤੀ। ਭਗਤ ਕਬੀਰ ਜੀ ਦਾ ਨਿਹਚਾ ਤੇ ਵਿਸ਼ਵਾਸ ਦੇਖਣ ਲਈ ਤਰਲੋਕੀ ਦਾ ਮਾਲਕ ਵਿਸ਼ਨੂੰ ਭਗਵਾਨ ਚਤੁਰਭੁਜ ਆ ਗਏ। ਕਹਿਣ ਲੱਗੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਪ ਕਾਖੀਨਾ। ਜੈਸੇ ਜਲ ਨੂੰ ਛੱਡ ਕੇ ਬਾਹਰ ਦੁੱਖ ਪਾਉਂਦਾ ਹੈ, ਜਲ ਨੂੰ ਛੱਡ ਕੇ ਬਾਹਰ ਹੋਇਆ ਮੱਛ ਦੁੱਖ ਪਾਉਂਦਾ, ਤੈਸੀ ਤੂੰ ਪਾਵੇਂਗਾ ਪ੍ਰਭੂ ਨੇ ਆਖਿਆ ਭਗਤ ਕਬੀਰ ਜੀ। ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਪ ਕਾਖੀਨਾ। ਮੈਂ ਜਾਣਿਆ ਪੂਰਬ ਜਨਮ ਦਾ ਤੂੰ ਤਪ ਦਾ ਹੀਣਾ ਹੈ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੈ ਬਨਾਰਸ ਮਤ ਭਈ ਥੋਰੀ। ਕਿ ਭਾਈ ਮੇਰੀ ਬਾਤ ਸੁਣ, ਅਬ ਕਹਿ ਤੂੰ ਤੇਰੀ ਕਿਆ ਖੋਟੀ ਗਤੀ ਹੋਵੇਗੀ। ਖੋਟੀ ਗਤੀ ਦਾ ਕਾਰਨ ਦਿਖਾਉਂਦੇ ਨੇ, ਕਹਿੰਦੇ ਨੇ ਕਿ ਤੈਨੇ ਕਾਂਸੀ ਤਿਆਗ ਦਿੱਤੀ। ਮੈਂ ਜਾਣਿਆ ਹੈ ਤੇਰੀ ਮੱਤ ਤੁਛ ਹੋ ਗਈ, ਤੂੰ ਕਾਂਸੀ ਛੱਡ ਕੇ ਮਗਹਰ ਧਰਤੀ ਵਿੱਚ ਆ ਗਿਆ। ਮੈਂ ਜਾਣਿਆ ਤੇਰੀ ਮੱਤ ਤੁਛ ਹੋ ਗਈ। ਸਗਲ ਜਨਮ ਸਿਵ ਪੁਰੀ ਗਵਾਇਆ, ਮਾਰਤੀ ਵਾਰ ਮਗਹਰ ਉੱਠ ਆਇਆ। ਵਿਸ਼ਨੂੰ ਭਗਵਾਨ ਜੀ ਕਹਿਣ ਲੱਗੇ ਤੈਂ ਸੰਪੂਰਨ ਜਨਮ ਸ਼ਿਵਪੁਰੀ ਕਾਂਸੀ ਵਿੱਚ ਗਵਾ ਲਿਆ। ਸ਼ਿਵ ਦੀ ਪੁਰੀ ਬਾਨੇ ਦੇ ਸੰਗ ਮਗਹਰ ਵਿੱਚ ਹੀ ਉੱਠ ਆਇਆ ਹੈ। ਬਹੁਤ ਬਰਸ ਤਪ ਕੀਆ ਕਾਂਸੀ, ਮਰਨ ਭਇਆ ਮਗਹਰ ਕੀ ਵਾਸੀ। ਇਹਨੇ ਕਾਂਸੀ ਵਿੱਚ ਬਹੁਤ ਵਰਸ਼ ਤਪ ਕੀਤਾ, ਮਰਨਾ ਤੇਰਾ ਮਗਹਰ ਦੀ ਵਾਸੀ ਵਿੱਚ ਹੋਇਆ। ਅਬ ਭਗਤ ਕਬੀਰ ਜੀ ਹੇਤੂ ਦੁਆਰਾ ਫਿਰ ਉੱਤਰ ਦਿੰਦੇ ਨੇ ਪ੍ਰਭੂ ਨੂੰ। ਕਹਿਣ ਲੱਗੇ ਭਗਤ ਜੀ ਕਾਂਸੀ ਮਗਹਰ ਸਮ ਵਿਚਾਰੀ, ਓਚੀ ਭਗਤ ਕੈਸੇ ਉਤਰ ਸਵਾਰੀ। ਅਸਾਂ ਨੇ ਤਾਂ ਕਾਂਸੀ ਤੇ ਮਗਹਰ ਸਮ ਹੀ ਵਿਚਾਰੀ ਹੈ। ਤੁਸ ਭਗਤੀ ਕਰਕੇ ਕੈਸੇ ਪਾਰ ਉਤਰੀਦਾ ਹੈ। ਜੋ ਕਾਂਸੀ ਵਿੱਚ ਮੁਕਤ करे, मारने से ना मुक्त करे। असा ने ऐसी अभेद भगती की है। अभेद भगती जिथे असी त्यागांगे उत्थे मोख है, क्योंकि रब दे जो जन हुंदे ने वो जीवन मुक्त। बाबा जी ने घने जंगलों में जाना, बियाबान जाके फिर सच्चे परमेश्वर की याद में जुड़ जाना। ਇੱਥੇ ਵੀ ਘਣੇ ਜੰਗਲ ਸੀ, ਭੂਤਾਂ ਪ੍ਰੇਤਾਂ ਦਾ ਵਾਸਾ, ਜੰਗਲਾਂ ਵਿੱਚ ਮੰਗਲ ਲਾ ਦਿੱਤੇ। ਕਿਉਂਕਿ ਉਹ ਬੈਕੁੰਠ ਧਾਮ ਬਣ ਜਾਂਦਾ ਜਿੱਥੇ ਰੱਬ ਦੇ ਜਨ
ਚਰਨ ਪਾ ਦਿੰਦੇ, ਉਹ ਧਰਤੀ ਪਾਵਨ ਹੋ ਜਾਂਦੀ। ਜੋ ਭਗਤ ਕਬੀਰ ਜੀ ਨੇ ਬਚਨ ਕਹੇ ਕਿ ਅਸਾਂ ਨੇ ਅਭੇਦ ਭਗਤੀ ਕੀਤੀ ਹੈ ਪ੍ਰਭੂ, ਜਿੱਥੇ ਅਸੀਂ ਤਿਆਗਾਂਗੇ ਉੱਥੇ ਹੀ ਸਾਡੀ ਮੋਖ। ਕਹੋ ਗੁਰ ਗਜ ਸੇਵ ਸਭ ਕੋ ਜਾਣੈ, ਬੋਆ ਕਬੀਰ ਰਮਤ ਸ੍ਰੀ ਰਾਮ। ਭਗਤ ਜੀ ਕਹਿਣ ਲੱਗੇ, ਦੇਵਤਿਆਂ ਦੇ ਬ੍ਰਹਸਪਤੀ ਗੁਰੂ ਮੇਰੇ ਗੁਰੂ ਰਾਮਾਨੰਦ ਜੀ, ਗਜਾਨੰਦ, ਗਣੇਸ਼ ਜੀ ਔਰ ਸ਼ਿਵ ਜੀ ਸਭ ਕੋਈ ਜਾਣਦਾ ਹੈ, ਸਭ ਨੂੰ ਪਤਾ ਹੈ। ਬ੍ਰਹਸਪਤੀ ਗੁਰੂ ਵੀ ਜਾਣਦਾ, ਮੇਰੇ ਗੁਰੂ ਗੁਰੂ ਰਾਮਾਨੰਦ ਜੀ, ਗਜਾਨੰਦ, ਗਣੇਸ਼ ਜੀ, ਸ਼ਿਵ ਜੀ ਸਭ ਕੋਈ ਜਾਣਦਾ ਕਿ ਸ੍ਰੀ ਰਾਮ ਜਪਦੇ ਹੋਏ। ਭਗਤ ਕਬੀਰ ਨੇ ਦੇਹ ਤਿਆਗੀ ਹੈ, ਸਾਰੇ ਜਾਣਦੇ ਨੇ। ਅਤੇ ਰਾਮ ਹੀ ਰਮ ਰਿਹਾ, ਐਸੇ ਹੀ ਕਹਿਣਗੇ। ਵਿਸ਼ਨੂੰ ਭਗਵਾਨ ਜੀ ਨੇ ਸੁਣ ਕੇ ਕਿਹਾ, ਕਿ ਭਗਤ ਜੀ ਤੂੰ ਐਸੇ ਨਿਹਚੇ ਵਾਲਾ ਧਨ ਹੈ, ਧਨ ਹੈ। ਉਹ ਵੱਡੀ ਬਖਸ਼ਿਸ਼ ਕੀਤੀ, ਗਲਵਕੜੀ ਵਿੱਚ ਲਿਆ, ਕਿਉਂਕਿ ਰੱਬ ਪਰਮਾਤਮਾ ਆਪਣੇ ਭਗਤਾਂ ਨਾਲ ਬੜਾ ਪਿਆਰ ਕਰਦਾ। ਉਹ ਮਾਲਕ ਦੀਨ ਦੁਨੀਆ ਦਾ, ਉਹ ਤਾਂ ਨਾਲ ਹੀ ਹੈ, ਕਿਤੇ ਦੂਰ ਨਹੀਂ। ਉਹ ਸਭਨਾਂ ਦੇ ਪੁੰਨ ਤੇ ਪਾਪਾਂ ਨੂੰ ਜਾਣਦਾ ਹੈ, ਕਿ ਮਨੁੱਖ ਕਿਵੇਂ ਵਿਚਰਦਾ, ਕੈਸੀ ਵਿਵਸਥਾ, ਦਿਨ ਕਿਵੇਂ ਬੀਤਿਆ, ਰਾਤ ਕਿਵੇਂ ਗੁਜ਼ਰੀ, ਉਸ ਦਾਤੇ ਪ੍ਰਭੂ ਤੋਂ ਆਪਾਂ ਛੁਪਾ ਨਹੀਂ ਸਕਦੇ। ਜਗ ਤੋਂ ਛੁਪਾ ਲਾਵਾਂਗੇ। ਭਗਤ ਕਬੀਰ ਜੀ ਨੇ ਐਲਾਨੀਆਂ ਕਹਿ ਦਿੱਤਾ, ਪ੍ਰਭੂ ਬ੍ਰਹਸਪਤੀ ਗੁਰੂ ਦੇਵਤਿਆਂ ਦੇ, ਮੇਰੇ ਗੁਰੂ ਰਾਮਾਨੰਦ ਜੀ, ਗਜਾਨੰਦ, ਗਣੇਸ਼ ਜੀ, ਸ਼ਿਵ ਜੀ ਮਹਾਰਾਜ ਸਾਰੇ ਜਾਣਦੇ ਨੇ ਕਿ ਸ੍ਰੀ ਰਾਮ ਜਪਦੇ ਹੋਏ ਕਬੀਰ ਨੇ ਦੇਹ ਤਿਆਗੀ ਹੈ, ਰਾਮ ਵਿੱਚ ਰਮ ਰਿਹਾ, ਐਸੇ ਹੀ ਕਹਿਣਗੇ। ਗੌੜੀ ਕਬੀਰ ਜੀ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕੋਈ ਰਾਜਸੀ ਲੋਕ ਮ੍ਰਿਤੂ ਹੋਇਆ ਸੀ, ਨੂੰ ਦੇ ਕੇ ਵੈਰਾਗ ਸਮੇਂ ਸ਼ਬਦ ਹੀ ਉਚਾਰਿਆ ਭਗਤ ਕਬੀਰ ਜੀ ਮਹਾਰਾਜ ਜੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਚੰਦਨ ਦਾ ਅਤਰ ਇਸ ਸਰੀਰ ਦੇ ਅੰਗਾਂ ਨੂੰ ਮਲਦਾ ਸੀ, ਕਿਉਂਕਿ ਰਾਜਸੀ ਸੀ। ਧਨ ਮਾਇਆ ਬੜੀ ਬੜੇ ਪਦਾਰਥ, ਕੋਈ ਕਮੀ ਨਹੀਂ ਸੀ, ਕਿਉਂਕਿ ਰਾਜ ਭਾਗ ਵਿੱਚ ਕੋਈ ਕਮੀ ਨਹੀਂ ਹੁੰਦੀ ਪਦਾਰਥਾਂ ਦੀ, ਬਹੁਲਤਾਂ। ਉਹ ਤਨ ਅਬ ਕਾਠ ਦੇ ਸਾਥ ਜਲ ਰਿਹਾ ਹੈ, ਲੱਕੜਾਂ ਵਿੱਚ ਜਲਦਾ ਹੈ ਸੁੰਦਰ ਤਨ। ਜਿਸ ਸਰੀਰ ਨੂੰ ਬੜੇ ਅਤਰ ਚੰਦਨ ਲਾਉਂਦਾ ਸੀ, ਇਸ ਤਨ ਧਨ ਕੀ ਕਵਨ ਬੜਾਈ, ਧਰਨ ਪਰੈ ਉਰਵਾਰ ਨਾ ਜਾਈ। ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ ਇਸ ਤਨ ਧਨ ਕੀ ਕਵਨ ਵਡਾਈ, ਮਤ ਹੰਕਾਰ ਕਰਿਆ ਕਰੋ ਇਸ ਸੁੰਦਰ ਤਨ ਦਾ। ਇਸ ਤਨ ਤੇ ਧਨ ਦੀ ਕੀ ਵਡਿਆਈ ਹੈ, ਸਰੀਰ ਧਰਤੀ ਵਿੱਚ ਪੜਿਆ ਹੀ ਰਹਿ ਜਾਂਦਾ ਹੈ। ਇਸ ਤਨ ਧਨ ਕੀ ਕਵਨ ਵਡਾਈ, ਧਰਨ ਪਰੈ ਉਰਵਾਰ ਨਾ ਜਾਈ। ਧਨ ਵੀ ਇੱਥੇ ਹੀ ਰਹਿ ਜਾਂਦਾ, ਨਾਲ ਨਹੀਂ ਲੈ ਕੇ ਜਾਂਦਾ ਮਨੁੱਖ ਜਦੋਂ ਮ੍ਰਿਤੂ ਹੁੰਦਾ। ਪਰ ਲੋਕ ਵਿੱਚ ਇਹ ਧਨ ਵੀ ਆਪਣੇ ਨਾਲ ਨਹੀਂ ਜਾਣਾ, ਮਹੱਲ ਵੀ ਨਾਲ ਨਹੀਂ ਜਾਣੇ। ਇਹ ਜੀਵ ਕੈਸੇ ਨੇ, ਐਸੇ ਤਨ ਧਨ ਦੇ ਸਾਥ ਪ੍ਰੀਤੀ ਕਰਕੇ ਮੇਰੇ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਰਹੇ। ਤਨ ਤੇ ਧਨ ਨਾਲ ਪ੍ਰੀਤ ਪਾ ਲਈ, ਬੇਮੁਖ ਹੋਇਆ ਉਸ ਪਰਵਰਦਗਾਰ ਤਰਲੋਕੀ ਦੇ ਮਾਲਕ ਤੋਂ, ਜਿਸ ਨੇ ਸੁੰਦਰ ਜਨਮ ਦਿੱਤਾ, ਸੁੱਖ ਆਰਾਮ ਭੋਗ ਦਿੱਤੇ, ਪਦਾਰਥ ਬਖਸ਼ੇ, ਮਾਤਾ ਪਿਤਾ ਸਾਗ ਸੰਬੰਧੀ ਦਿੱਤੇ, ਉਸ ਪ੍ਰਭੂ ਤੋਂ ਬੇਮੁਖ ਹੋ ਗਿਆ। ਰਾਤ ਜੇ ਸੋਵਹਿ ਦਿਨ ਕਰੈ ਕਾਮ, ਇੱਕ ਖਿਨ ਲੇਹ ਨਾ ਹਰਿ ਕੋ ਨਾਮ। ਭਗਤ ਜੀ ਫਰਮਾਉਂਦੇ ਨੇ,
ਜੋ ਰਾਤ ਨੂੰ ਸੌਂਦੇ ਨੇ, ਦਿਨ ਨੂੰ ਕੰਮ ਕਰਦੇ ਨੇ, ਇੱਕ ਖਿਨ ਮਾਤਰ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਕੀ ਕਹਿੰਦੇ ਨੇ? ਸਮਾਂ ਨਹੀਂ, ਟਾਈਮ ਨਹੀਂ, ਹਾਥ ਤਡੋਰ, ਮੁਖ ਖਾਇਓ ਤੰਬੋਰ, ਮਾਰਤੀ ਵਾਰ ਕਸ ਬਾਂਧਿਓ ਚੋਰ। ਹੱਥਾਂ ਵਿੱਚ ਤਾਂ ਬਾਜਾਂ ਦੀਆਂ ਡੋਰਾਂ ਪਕੜੀਆਂ ਹੋਈਆਂ ਨੇ, ਹੱਥਾਂ ਵਿੱਚ ਬਾਜਾਂ ਦੀਆਂ ਡੋਰਾਂ, ਹੱਥ ਪਸਾਰੀ ਰੱਖਦੇ ਨੇ, ਮੁੱਖ ਮੇ ਪਾਨ ਖਾਇਆ ਹੈ। ਇਨ ਪਰਮੇਸ਼ਰ ਤੋਂ ਬੇਮੁੱਖਾਂ ਨੂੰ ਸਜ਼ਾਵਾਂ ਮਿਲਦੀਆਂ ਨੇ। ਕੈਸੀਆਂ ਸਜ਼ਾਵਾਂ? ਭਗਤ ਜੀ ਬਚਨ ਕਹਿੰਦੇ ਨੇ, ਮਰਤੀ ਵਾਰ ਕਸ ਬਾਂਧਿਓ ਚੋਰ। ਜਿਵੇਂ ਮਰਨ ਦੇ ਸਮੇਂ ਜਮਦੂਤਾਂ ਨੇ ਐਸੇ ਖਿੱਚ ਕੇ ਬੰਨ੍ਹ ਲਿਆ ਸੰਗਲਾਂ ਦੇ ਨਾਲ, ਜਿਵੇਂ ਚੋਰ ਨੂੰ ਬੰਨ੍ਹ ਲਈਦਾ। ਜੋ ਮੇਰੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਉਹਨਾਂ ਨੂੰ ਇੰਝ ਬੰਨ੍ਹਿਆ ਜਾਂਦਾ ਸੰਗਲਾਂ ਦੇ ਨਾਲ। ਬੇਨਤੀ ਕੀਤੀ ਭਗਤ ਜੀ, ਇਹ ਸੰਸਾਰ ਵਿੱਚ ਸੁਖੀ ਕੌਣ ਹੈ? ਕੌਣ ਸੁਖੀ ਹੋਏ ਨੇ ਫਿਰ ਜਗਤ ਵਿੱਚ? ਭਗਤ ਕਬੀਰ ਜੀ ਮਹਾਰਾਜ ਜੀ ਪਾਵਨ ਬਚਨ ਕਹਿਣ ਲੱਗੇ, ਗੁਰਮਤਿ ਰਸ ਰਸ ਹਰਿ ਗੁਣ ਗਾਵੈ, ਰਾਮ ਰਾਮ ਰਮਤ ਸੁਖ ਪਾਵੈ। ਜੋ ਗੁਰੂ ਸਿੱਖਿਆ ਨੂੰ ਧਾਰ ਕੇ ਪ੍ਰੇਮ ਨਾਲ ਤਦਾਕਾਰ ਹੋ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਉਹ ਪੁਰਸ਼ ਰਾਮ ਨਾਮ ਜਪਦੇ ਹੋਏ ਸੁਖ ਪਾਉਂਦੇ ਨੇ। ਕਿਰਪਾ ਕਰਕੇ ਨਾਮ ਧਿਰੜਾਈ, ਹਰ ਹਰ ਬਾਸ ਸੁਗੰਧ ਵਸਾਈ। ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਪ੍ਰੀਤੀ ਦ੍ਰਿੜ ਕਰਵਾਈ, ਤਿਨਾਂ ਨੇ ਹਿਰਦੇ ਵਿੱਚ ਬਸਾਨਾ ਬਾਸ ਤਿਆਗ ਕੇ, ਜੋ ਵਾਸ਼ਨਾ ਸੁਗੰਧੀਆਂ ਤਿਆਗ ਕੇ ਹਰੀ ਦੇ ਜਸ ਰੂਪੀ ਸੁਗੰਧ ਵਸਾ ਲਈ। ਹਰ ਹਰ ਬਾਸ ਸੁਗੰਧ ਵਸਾਈ। ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ ਤਿਆਗ ਕੇ ਵਾਹਿਗੁਰੂ ਦੇ ਜਸ ਰੂਪੀ ਸੁਗੰਧੀ ਹਿਰਦੇ ਵਿੱਚ ਵਸਾਈ। ਗੁਣ ਗਾਉਂਦੇ ਨੇ, ਗੁਣ ਸੁਣਦੇ ਨੇ। ਕਹਿਤ ਕਬੀਰ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ। ਭਗਤ ਜੀ ਫਰਮਾਉਂਦੇ ਨੇ, ਇਹ ਅਗਿਆਨੀ ਮਨੁੱਖ ਅਗਿਆਨ ਅਵਿਦਿਆ ਦੇ ਵਿੱਚ ਰਚੇ ਹੋਏ ਰਾਮ ਨੂੰ ਜਪ, ਕਿਉਂਕਿ ਸਤ ਸਰੂਪ ਤੋਂ ਇੱਕ ਰਾਮ ਹੀ ਹੈ ਔਰ ਵਿਵਹਾਰ ਸਭ ਝੂਠੇ ਨੇ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕ, ਜਮ ਤੇ ਉਲਟ ਭਏ ਹੈ ਰਾਮ। ਦੁਖ ਬਿਨ ਸੇ ਸੁਖ ਕੀਓ ਵਿਸਰਾਮ। ਭਗਤ ਕਬੀਰ ਜੀ ਮਹਾਰਾਜ ਆਪਣੀ ਗਿਆਤ ਅਵਸਥਾ ਦਾ ਹਾਲ ਬਿਆਨ ਕਰਦੇ ਨੇ। ਜਮ ਤੇ ਉਲਟ ਭਏ ਹੈ ਰਾਮ, ਦੁੱਖ ਬਿਨ ਸੇ ਸੁਖ ਕੀਓ ਵਿਸਰਾਮ। ਜਮਦੂਤਾਂ ਤੋਂ ਉਲਟ ਕੇ ਰਾਮ ਗਣ ਹੋ ਗਏ। ਜਮਦੂਤਾਂ ਤੋਂ ਉਲਟ ਕੇ ਰਾਮ ਗਣ ਹੋ ਗਏ, ਭਾਵ ਕਿ ਪਰਮੇਸ਼ਰ ਤੋਂ ਬੇਮੁਖਾਂ ਨੂੰ ਜਮਦੂਤ ਜਮਪੁਰੀ ਨੂੰ ਲੈ ਕੇ ਜਾਂਦੇ ਨੇ। ਗੁਰਮੁਖਾਂ ਨੂੰ ਵਿਸ਼ਨੂੰ ਦੇ ਪਾਰਖਦ ਬੈਕੁੰਠ ਨੂੰ ਲੈ ਕੇ ਜਾਂਦੇ ਨੇ। ਜੋ ਗੁਰਮੁਖ ਨਾਮ ਜਪਣ ਵਾਲੇ, ਉਹ ਵਿਸ਼ਨੂੰ ਭਗਵਾਨ ਦੇ ਪਾਰਖਦ ਆਉਂਦੇ ਨੇ, ਫਿਰ ਵਿਵਾਨ ਲੈ ਕੇ ਉਹ ਬੈਕੁੰਠ ਨੂੰ ਲੈ ਕੇ ਜਾਂਦੇ ਨੇ। ਉਹ ਨਾਮ ਜਪਦੇ ਨੇ, ਗੁਰਮੁਖ ਨੇ। ਜੋ ਬੇਮੁਖ ਨੇ ਵੇ ਜਮਦੂਤ ਜਮਪੁਰੀ ਨੂੰ ਲੈ ਜਾਂਦੇ ਨੇ, ਪਰਮੇਸ਼ਰ ਦੇ ਜਮਦੂਤ। ਜੈਸੇ ਲੋਹਾ ਤਪਾ ਕੇ ਦੋ ਪੁਰਸ਼ਾਂ ਦੇ ਹੱਥ ਪੈਰ ਖਾ ਜਾਂਦਾ ਹੈ, ਝੂਠਾਂ ਨੂੰ ਜਲਾਉਂਦਾ ਹੈ, ਸੱਚ ਨੂੰ ਨਹੀਂ ਜਲਾਉਂਦਾ। ਝੂਠਿਆਂ ਨੂੰ ਜਲਾਉਂਦਾ ਹੈ, ਸੱਚੇ ਨੂੰ। ਤੈਸੇ ਜਮਦੂਤ ਰਾਮ ਗਣ ਹੋਏ, ਜਾਣ ਲੈਣੇ। ਕਿਉਂਕਿ ਜਮਦੂਤ ਰਾਮ ਗਣ ਬਣ ਗਏ। ਜਬ ਸੁਖ ਸੂਖ ਵਿੱਚ ਸਥਿਤ ਹੋਏ, ਤਬ ਦੁੱਖ ਨਿਵਰਤ ਹੋ। ਦੁੱਖਾਂ ਦੇ ਸੁੱਖ ਬਣ ਗਏ ਜਦੋਂ ਨਾਮ ਜਪਣ ਲੱਗ ਗਏ। ਬੈਰੀ ਉਲਟ ਭਏ ਹੈ ਮੀਤਾ, ਸਾਕਤ ਉਲਟ ਸੋ ਜਨ ਭਏ ਚੀਤਾ।
बैरी किहड़े ने अपने? काम क्रोध लोभ मोह अहंकार, ये अपने बैरी ने। उल्ट के यही मित्र बन गए बैरी। साकत पुरुष उल्ट के चित्त विच सिट जन बन गए, सब मित्रता करन लग गए। आप मोहे सरब कुशल कर मान्या, शांत भई जब गोबिंद जान्या। मैंने सर्व प्रकार सुख करके मनिया, शांति भई गोबिंद जान्या। तन मैं होती कोट उपाद, उलट भई सुख सहज समाद। जो तन विच करोड़ां प्रकार की उपाधि हुंदी सी, सो जब तिन्हां ते बिरती फिरी, आत्म सुख विच एकाग्र बिरती हो गई। आनंद ते रस आया परमेश्वर दे नाम विच। आप बचाना आप आप, रोग ना व्यापै तीनों ताप। जब अपने आप को ब्रह्म रूप जानिया, तब सर्व जगत अपना आप ही है, दूजा कोई नहीं। आद व्याध उपाद तीन ताप रूपी जो रोग ने, सो नहीं व्यापते। अब मन उलट सनातन हुआ, तब जानिया जब जीवत मुआ। अब मन संसार की तरफ उल्ट के पुरातन हो गया, ब्रह्म रूप हो गया। ये पातशाह के बचन ने, मन तू जोत स्वरूप अपना मूल पछाण। मन नाम जीवदा है, मन तो अगे ही ज्योति स्वरूप सी। बेनती की जब जीव भाव तो मूआ, तब जानिया। बेनती की भगत जी, मन को ब्रह्म रूप जानने करके तुहानू फिर क्या फल मिले? पुछना कीता भगत जी तो, भगत जी जो तुसी ब्रह्म रूप जान लिया मन नूं, तुहानू फिर फल की मिले? भगत कबीर जी कहन लगे, कहो कबीर सुख सहज समावो, आप न डरो ना अवर डरावो। भगत जी कहन लगे, प्यारिओ सहज सुख विच समा रहे हाँ, आनंद ते खेड़े विच हाँ। आप डरदे भी नहीं, औरां नूं पै दिंदे भी नहीं। क्योंकि ज्ञानवान दी ये लखण, ये अवस्था है ज्ञानवान दी। नौवीं पातशाह गुरु तेग बहादुर महाराज जी की भी पावन वचन ने, भै काहू को देत न है, नह भै मानतिया, ना भै देना ना मनना। कहो नानक सुन रे मना, ज्ञानी ताहे वखान। ये लखण ज्ञानवान अवस्थावान दा है। वो भै दिंदा भी नहीं ते मनदा भी नहीं। गौड़ी कबीर जी पिंड मूए जियो के घर जाता, शब्द अतीत अनाघद राता। ज्ञानी का शरीर मूए से जीव किस स्थान में जाता है? जो एक रस ब्रह्म असंग है, जीवदा होया तिस विच रतिया है। शरीर छुट्टण करके उपरांत उसी विच समा जाता है। उस ब्रह्म विच रत्तां नूं कैसा आनंद है जो रते गए ने। पुछना कीता भगत जी तो, जिन राम जानिया तिन है पछानिया, ज्यों गूंगे साकर मन मानिया। जिसने राम नूं जानिया, ब्रह्म प्राप्ति का आनंद किसी ने पहचानिया है। कहा नहीं जाता, जैसे गूंगे ने मठियाई नूं खाधा, इनू कह नहीं सकता। कहो कबीर गूंगा गुड़ खाया, पूछे ते क्या कहिए, कह नहीं सकता। और भी कोई कहता है, ये बचन कहे, ऐसा ज्ञान कथै बनवारी, मन रे पवन दृढ़ सुख मन नारी। कृष्ण देव जी
ਭਗਵਾਨ ਕ੍ਰਿਸ਼ਨ ਜੀ ਮਹਾਰਾਜ ਅਰਜੁਨ ਪ੍ਰਤੀ ਗੀਤਾ ਵਿੱਚ ਵੀ ਐਸਾ ਗਿਆਨ ਕਹਿੰਦੇ ਨੇ, ਜੇ ਕਹੇ ਆਪ ਤਿਸ ਗਿਆਨ ਦਾ ਸਾਧਨ ਕਹੋ। ਇਹ ਪਿਆਰੇ, ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿੱਚ ਦ੍ਰਿੜ ਕਰੋ, ਅਸ਼ਟਾਂਗ ਯੋਗ ਪ੍ਰਕਾਸ਼ ਸੇ ਕੁੰਭ ਕਰੋ, ਸਵਾਸ ਸਵਾਸ ਭਗਤੀ ਵਿੱਚ ਬਤੀਤ ਕਰੋ। ਮਨ ਜੋ ਪਵਨ ਸਮ ਚੰਚਲ ਹੈ ਆਪਣਾ, ਇਸ ਨੂੰ ਸੁਖ ਮਨ ਨਾਰੀ, ਜੋ ਮਨ ਦੇ ਸੁਖ ਦੇਣ ਵਾਲੀ ਪਰਮੇਸ਼ਰ ਦੀ ਭਗਤੀ ਨਾਰੀ ਦ੍ਰਿੜ ਕਰੋ। ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਸੋ ਪਦ ਰਵੋ ਜੇ ਬੋਹਰ ਨਾ ਰਵਨਾ। ਜੋ ਸੰਸੇ ਨਿਵਰਤ ਕਰਨ ਵਾਲਾ ਬ੍ਰਹਮ ਨਿਸ਼ਟੀ ਬ੍ਰਹਮ ਸਰੋਤ ਦੀ ਸ਼ਾਸਤਰਾਂ ਵਿੱਚ ਇਹ ਬਿਆਨ ਕੀਤਾ ਹੈ ਕਿ ਬ੍ਰਹਮ ਸਰੋਤ ਦੀ ਬ੍ਰਹਮ ਨਿਸ਼ਟੀ ਗੁਰੂ ਧਾਰਨ ਕਰੋ, ਜੇ ਬੋਹਰ ਨਾ ਕਰਨਾ ਪੜੇ। ਰਵੋ ਉਚਾਰਨ ਕਰੋ ਨਾਮ ਵੀ, ਉਚਾਰਨ ਦਾ ਨਾਮ ਵੀ ਹੈ, ਚੱਲਣ ਦਾ ਨਾਮ ਵੀ ਹੈ। ਸੋ ਪਦ ਮੋਖ ਪਦ ਵਿੱਚ ਪ੍ਰਾਪਤ ਹੋਵੇ, ਜੋ 84 ਵਿੱਚ ਫੇਰ ਨਾ ਰਮਣਾ ਪਵੇ ਤੋਂ ਐਸਾ ਗੁਰੂ ਧਾਰੋ। ਸੋ ਧਿਆਨ ਧਰੋ ਜੇ ਬੋਹਰ ਨਾ ਧਰਨਾ, ਐਸੇ ਮਰੋ ਜੇ ਬੋਹਰ ਨਾ ਮਰਨਾ। ਸੋ ਐਸਾ ਪੂਰਨ ਬ੍ਰਹਮ ਦ੍ਰਿਸ਼ਟੀ ਰੂਪ ਧਿਆਨ ਧਰੋ, ਚਿੱਤ ਨੂੰ ਇਕਾਗਰ ਕਰੋ। ਸੋ ਬੋਹਰੋਂ ਉਪਾਸ਼ਕ ਰੂਪ ਹੋ ਕੇ ਸਰਗੁਣ ਮੂਰਤੀਆਂ ਦਾ ਧਿਆਨ ਨਾ ਧਰਨਾ ਪਵੇ ਤਾਂ ਐਸੇ ਧਿਆਨੀ ਬਣ ਜਾਵੋ। ਐਸੇ ਜੀਵਤ ਭਾਵ ਨਾਲ ਮਰੋ ਜੋ ਫਿਰ ਮਰਨਾ ਹੀ ਨਾ ਪਵੇ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿਲਾਵੋ। ਜਬ ਸੰਸਾਰ ਤੋਂ ਬਿਰਤੀ ਉਲਟੀ ਪਰਮੇਸ਼ਰ ਵਿੱਚ ਪ੍ਰਾਪਤ ਹੋਈ, ਤਬ ਜਮਾਂ ਦਾ ਮਿਲਾਪ ਨਹੀਂ ਹੁੰਦਾ। ਨਾਮ ਰੂਪੀ ਜਲ ਦੇ ਮਿਲਾਪ ਤੋਂ ਬਿਨਾਂ ਚੇਤਨ ਸਾਖੀ ਹੈ, ਜੋ ਚੇਤਨ ਸਾਖੀ, ਜੋ ਮਨ ਦੀਆਂ ਤਮੋ ਗੁਣ ਰਜੋ ਗੁਣ ਤੇ ਸਤੋ ਗੁਣ ਬਿਰਤੀਆਂ ਵਿੱਚ ਪ੍ਰਕਾਸ਼ ਦਾ ਹੋਇਆ ਅਸੰਗ ਹੈ। ਦੇ ਵਿੱਚ ਨਹਾਵੋ ਅਭੇਦ ਹੋਣੇ ਵਿੱਚ ਪ੍ਰਵਿਰਤ ਹੋਵੋ। ਬੇਨਤੀ ਕੀਤੀ ਭਗਤ ਜੀ, ਇਹ ਵਿਵਹਾਰ ਚੇਤਨ ਤਰਵੇਣੀ ਸੇ ਨਹਾਉਣੇ ਦਾ ਕਿਸੀ ਦਾ ਹੈ ਵੀ? ਪੁੱਛਣਾ ਕੀਤਾ। ਲੋਚਾ ਸਮਸਰ ਇਉ ਵਿਵਹਾਰਾ, ਤਤ ਵਿਚਾਰ ਕਿਆ ਅਵਰ ਵਿਚਾਰਾ। ਜਿਨ੍ਹਾਂ ਦੀ ਦ੍ਰਿਸ਼ਟੀ ਸਮਸਰ ਤੁਲ ਹੈ, ਇਸ ਪ੍ਰਕਾਰ ਤਿੰਨਾਂ ਦਾ ਵਿਵਹਾਰ ਹੈ। ਸਮਦ੍ਰਿਸ਼ਟੀ ਵਾਲੇ ਕਿਆ ਵਿਚਾਰ ਕਰ ਸਕਦੇ ਹਨ? ਜੋ ਸਮਦ੍ਰਿਸ਼ਟੀ ਵਾਲੇ ਕਿਆ ਵਿਚਾਰ ਕਰਦੇ ਰਹਿੰਦੇ ਨੇ। ਜਬ ਤਿੰਨਾਂ ਨੇ ਸਤ ਅਸਤ ਦਾ ਵਿਚਾਰ ਕੀਤਾ, ਸੱਚ ਤੇ ਝੂਠ ਦਾ ਬਬੀਕੀ ਨੇ, ਔਰ ਵਿਚਾਰ ਫਿਰ ਕਿਆ ਕਰਨਾ ਹੈ। ਬੇਨਤੀ ਕੀਤੀ ਸਾਨੂੰ ਕਿਸ ਧਾਰਨਾ ਵਿੱਚ ਰਹਿਣਾ ਚਾਹੀਦਾ ਹੈ। ਪੁੱਛਣਾ ਕੀਤਾ ਭਗਤ ਜੀ, ਆਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਜਲ ਅਗਨੀ ਪਵਨ ਧਰਤੀ ਆਕਾਸ਼, ਇਨ ਪੰਜਾਂ ਤੱਤਾਂ ਦੀ ਜੋ ਧਾਰਨਾ ਹੈ, ਪੰਜ ਤੱਤ ਨੇ। ਸੋ ਜਬ ਇਸ ਵਿੱਚ ਸਥਿਤ ਹੋਵੋਗੇ ਤਬ ਖਰੀ ਤੁਹਾਡੇ ਪਾਸ ਹੀ ਹੈ, ਦੂਰ ਨਹੀਂ। ਪੰਜ ਤੱਤਾਂ ਦੀ ਰਹਿਤ ਜਲ ਮੈਲ ਦੂਰ ਕਰਦਾ ਹੈ, ਤੇਜ ਸੀਤ ਖੋਵੇ, ਪਵਨ ਸਰਬ ਨੂੰ ਇੱਕ ਜੈਸੀ ਹੀ ਲੱਗਦੀ ਹੈ, ਪ੍ਰਿਥਵੀ ਖਿਮਾਵਾਨ ਖੋਦ ਨਾ ਸਹਾਰਦੀ ਹੈ, ਆਕਾਸ਼ ਅਵਕਾਸ਼ ਦਿੰਦਾ ਹੈ ਇਉਂ ਰੱਖੇ। ਕਹਿ ਕਬੀਰ ਨਰਿੰਜਨ ਧਿਆਵੋ, ਤਿਤ ਘਰ ਜਾਓ ਜੇ ਬੋਹਰ ਨਾ ਆਵੋ। ਭਗਤ ਜੀ ਫਰਮਾਉਂਦੇ ਨੇ, ਕਹਿ ਕਬੀਰ ਨਰਿੰਜਨ ਧਿਆਵੋ, ਤਿਤ ਘਰ ਜਾਓ ਜੇ ਬੋਹਰ ਨਾ ਆਵੋ। ਤੱਤਾਂ ਦੀ ਰਹਿਤ ਸੰਯੁਕਤ ਹੋਏ ਨਰਿੰਜਨ ਦਾ ਧਿਆਨ ਕਰੋ ਭਾਈ। ਸਾਨੂੰ ਧਿਆਨ ਦਾ ਕਿਆ ਫਲ ਹੋਵੇਗਾ? ਭਗਤ ਜੀ ਫਰਮਾਉਂਦੇ ਨੇ, ਪਿਆਰਿਓ, ਕਿਸ ਨਿਰਗੁਣ ਸਰੂਪ ਵਿੱਚ ਪ੍ਰਾਪਤ ਹੋ ਜਾਵੋਗੇ, ਜਿਸ ਤੇ ਸੰਸਾਰ ਵਿੱਚ ਮੁੜ ਕੇ ਬਹੁਤ ਨਾ ਆਵੋਗੇ, ਔਰ ਤਰਲੋਕੀ ਦੇ ਮਾਲਕ ਦੀਆਂ ਬਖਸ਼ਿਸ਼ਾਂ ਲੈ ਲਵੋਗੇ। ਸਤਿਗੁਰੂ ਦੇ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਿਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ।